ਪ੍ਰੋਬਿੰਗ ਆਈ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਮੇਜ਼ਬਾਨ ਪ੍ਰਭਜੋਤ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਉਸ ਵਿਸ਼ੇ ਤੇ ਜਿਸ ਬਾਰੇ ਤੁਸੀਂ ਸਾਰੇ ਹੀ ਇੱਕ ਲੰਬੇ ਸਮੇਂ ਤੋਂ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਰਹੇ ਹੋ ਔਰ ਕਰਦੇ ਹੋ। ਮੇਰਾ ਮਤਲਬ ਹੈ ਪੰਜਾਬ ਦੀਆਂ ਚੋਣਾਂ ਦੀ। 20 ਫਰਵਰੀ ਨੂੰ ਵੋਟਾਂ ਪੈ ਗਈਆਂ ਸਨ ਤੇ ਉਹ ਹੁਣ ਇੰਤਜ਼ਾਰ ਦੀਆਂ ਘੜੀਆਂ ਲਗਭਗ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ। 10 ਮਾਰਚ ਆ ਜਾਣੀ ਹੈ ਤੇ ਆਪਾਂ ਰਿਜ਼ਲਟ ਸਾਹਮਣੇ ਆ ਜਾਣੇ ਨੇ। ਚੋਣਾਂ ਮੇਰਾ ਖਿਆਲ ਜਦੋਂ ਆਪਾਂ ਸਕੂਲਾਂ ਵਿੱਚ ਪੜ੍ਹਦੇ ਸੀ ਜਿਵੇਂ ਇਮਤਿਹਾਨਾਂ ਦੀ ਤਿਆਰੀ ਵੇਲੇ ਦਿਮਾਗ 'ਤੇ ਪ੍ਰੈਸ਼ਰ ਹੁੰਦਾ ਸੀ, ਟੈਨਸ਼ਨ ਹੁੰਦੀ ਸੀ, ਚੋਣਾਂ ਉਹਨਾਂ ਇਮਤਿਹਾਨਾਂ ਨਾਲੋਂ ਘੱਟ ਨਹੀਂ। ਜੇ ਤੁਸੀਂ ਚੋਣਾਂ ਨੂੰ ਧਿਆਨ ਨਾਲ ਸੋਚੋ ਤਾਂ ਜਿਵੇਂ ਸਕੂਲਾਂ ਦੇ ਦਿਨਾਂ ਵਿੱਚ ਪੇਪਰਾਂ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਕਿਤਾਬਾਂ ਮੁੜ ਖੋਲ੍ਹ ਕੇ ਪੜ੍ਹਦੇ ਸੀ ਕਿ ਆਹ ਭੁੱਲ ਗਿਆ, ਆਹ ਚੈਪਟਰ ਨਹੀਂ ਕੀਤਾ, ਇਸੇ ਤਰ੍ਹਾਂ ਉਮੀਦਵਾਰਾਂ ਦਾ ਹਾਲ ਹੁੰਦਾ ਹੈ ਕਿ ਕਿੱਦਾਂ ਇਲੈਕਸ਼ਨ ਜਿੱਤਣੀ ਹੈ, ਕਿੱਦਾਂ ਵੋਟਰਾਂ ਨੂੰ ਭਰਮਾਉਣਾ ਹੈ। ਸੋ ਜਦੋਂ ਵੋਟਾਂ ਪੈ ਜਾਂਦੀਆਂ ਨੇ ਤੇ ਫਿਰ ਚਿੰਤਾ ਲੱਗ ਜਾਂਦੀ ਹੈ ਕਿ ਨਤੀਜੇ ਕੀ ਆਉਣਗੇ, ਕਿੱਦਾਂ ਕਦੋਂ ਰਿਜ਼ਲਟ ਆਉਣਗੇ, ਕੀ ਹੋਵੇਗਾ। ਸੋ ਉਹ ਸਾਰਾ ਕੁਝ ਦੇਖ ਕੇ ਮੈਨੂੰ ਬਹੁਤ ਸਾਰੇ ਦੋਸਤਾਂ ਦੇ, ਹੋਰ ਮਿੱਤਰਾਂ ਦੇ ਤੇ ਜਿਹੜੇ ਪ੍ਰੋਬਿੰਗ ਆਈ ਦੇ ਸਾਡੇ ਦਰਸ਼ਕ ਨੇ, ਸਾਡੇ ਸਰੋਤੇ ਨੇ, ਉਹਨਾਂ ਦੇ ਟੈਲੀਫੋਨ ਆਏ ਅਮਰੀਕਾ ਤੋਂ, ਕੈਨੇਡਾ ਤੋਂ, ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ ਤੋਂ, ਬਹੁਤ ਸਾਰੇ ਪਾਸਿਓਂ ਕਿ ਜੀ ਕੀ ਬਣੂਗਾ, ਕਿਹਦੀ ਸਰਕਾਰ ਬਣੂਗੀ। ਅਤੇ ਦੇਖੋ ਮੇਰਾ ਗੈਸ ਤਾਂ ਓਨਾ ਹੀ ਚੰਗਾ ਜਿੰਨਾ ਤੁਹਾਡਾ। ਕਿਸੇ ਨੂੰ ਨਹੀਂ ਪਤਾ ਕਿ ਚੋਣ ਪੇਟੀਆਂ ਵਿੱਚ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੇ ਉਹਨਾਂ ਵਿੱਚ ਕਿਹਦਾ ਭਵਿੱਖ ਉਜਲਾ ਹੈ ਅਤੇ ਕਿਹਦਾ ਭਵਿੱਖ ਬਿਲਕੁਲ ਅੰਧਿਆਰਾ ਜਾਣਾ ਹੈ ਜਾਂ ਬਿਲਕੁਲ ਡਾਰਕ ਹੋ ਜਾਣਾ। ਸੋ 10 ਮਾਰਚ ਨੂੰ ਪਤਾ ਲੱਗੇਗਾ। ਦੇਖੋ 20 ਫਰਵਰੀ ਨੂੰ 24,400 ਕੇਂਦਰ ਬਣੇ ਸੀ ਜਿਨ੍ਹਾਂ ਨੂੰ ਆਪਾਂ ਐਗਜ਼ਾਮ ਵਿੱਚ ਐਗਜ਼ਾਮੀਨੇਸ਼ਨ ਸੈਂਟਰ ਕਹਿੰਦੇ ਆ। ਇਹ ਵੋਟਿੰਗ ਸੈਂਟਰ ਸੀ, ਪੋਲਿੰਗ ਸਟੇਸ਼ਨ ਸੀ ਅਤੇ 1,304 ਉਮੀਦਵਾਰ ਸਨ। ਹਾਂ, ਇੱਕ ਨਤੀਜਾ ਬਿਲਕੁਲ ਪੱਕਾ ਜੇ, ਇਹ ਤੁਸੀਂ ਪੱਲੇ ਬੰਨ੍ਹ ਲਓ, ਸਿਰਫ 117 ਉਮੀਦਵਾਰ ਹੀ ਜਿੱਤਣਗੇ, ਬਾਕੀ ਸਾਰੇ ਫੇਲ। 1,304 ਚੋਂ ਸਿਰਫ 117 ਜਿੱਤਣਗੇ। ਸੋ ਇਹ ਨਤੀਜਾ ਤਾਂ ਮੈਂ ਤੁਹਾਨੂੰ ਅੱਜ ਦੱਸ ਦਿੱਤਾ, ਪਰ ਇਹ 117 ਕੌਣ ਹੋਣਗੇ ਇਹ ਤਾਂ 10 ਮਾਰਚ ਨੂੰ ਪਤਾ ਲੱਗੂਗਾ। ਔਰ ਇਹ ਕਿਹੜੀ ਪਾਰਟੀ ਨੂੰ ਹੋਣਗੇ, ਕਿਹੜੇ ਗਰੁੱਪ ਨੂੰ ਬਿਲੋਂਗ ਕਰਦੇ ਹੋਣਗੇ, ਇਹ ਸਾਰਾ ਕੁਝ ਤਾਂ 10 ਮਾਰਚ ਦੇ ਜਦੋਂ ਵੋਟਾਂ ਦੀ ਗਿਣਤੀ ਹੋ ਗਈ ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਹਾਂ, ਇਹ ਜਿਹੜੀਆਂ ਇਲੈਕਸ਼ਨਾਂ ਹੋਈਆਂ, ਹਰ ਇਲੈਕਸ਼ਨ ਪਿਛਲੀ ਇਲੈਕਸ਼ਨ ਨਾਲੋਂ ਅੱਡ ਹੁੰਦੀ ਹੈ ਕਿਉਂਕਿ ਨਵੇਂ ਇਸ਼ੂ ਹੁੰਦੇ ਨੇ, ਨਵੇਂ ਉਮੀਦਵਾਰ ਹੁੰਦੇ ਨੇ, ਬੜੇ ਪੁਰਾਣੇ ਉਮੀਦਵਾਰ ਵੀ ਹੁੰਦੇ ਨੇ, ਕੁਝ ਨਵੇਂ ਚਿਹਰੇ ਵੀ ਆਉਂਦੇ ਨੇ। ਔਰ ਇਸ ਵਾਰਾਂ ਵੀ ਕੋਈ ਫਰਕ ਨਹੀਂ ਸੀ, ਬਹੁਤ ਸਾਰੇ ਨਵੇਂ ਉਮੀਦਵਾਰ ਵੀ ਆਏ, ਬਹੁਤ ਸਾਰੇ ਪੁਰਾਣੇ ਉਮੀਦਵਾਰ ਵੀ ਨੇ। ਸੋ ਨਿਊ ਕਮਰਸ ਐਂਡ ਵੈਟਰਨਸ। ਹੁਣ ਪੰਜਾਬ ਦੀ ਸਿਆਸਤ ਦਾ ਬੋਹੜ ਪ੍ਰਕਾਸ਼ ਸਿੰਘ ਬਾਦਲ 94 ਸਾਲ ਦੀ ਉਮਰ ਵਿੱਚ ਵੀ ਆਪਣੇ ਹਲਕਾ ਲੰਬੀ ਤੋਂ ਚੋਣ ਲੜ ਰਹੇ ਨੇ ਅਤੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਅਪੋਨੈਂਟ ਹੈ ਜਗਪਾਲ ਸਿੰਘ ਅਬੁਲ ਖੁਰਾਣਾ, ਉਹ ਸ਼ਾਇਦ 40 ਵਰ੍ਹਿਆਂ ਦਾ ਵੀ ਨਹੀਂ ਹੋਣਾ। ਸੋ ਮੁਕਾਬਲਾ ਤਾਂ ਉਮਰ ਦੇ ਹਿਸਾਬ ਨਾਲ ਨਹੀਂ ਹੁੰਦਾ। ਸਿਆਸਤ ਵਿੱਚ ਤੁਹਾਡੀ ਲੋਕਾਂ ਵਿੱਚ ਕਿਸ ਤਰ੍ਹਾਂ ਦੀ ਪਹੁੰਚ ਹੈ, ਕਿਸ ਤਰ੍ਹਾਂ ਦੇ ਇਸ਼ੂ ਲੈ ਕੇ ਤੁਸੀਂ ਆ ਰਹੇ ਹੋ, ਕਿਸ ਤਰ੍ਹਾਂ ਦਾ ਤੁਸੀਂ ਵਾਅਦੇ ਕਰ ਰਹੇ ਹੋ, ਬਹੁਤ ਉਹਦੇ 'ਤੇ ਡਿਪੈਂਡ ਕਰਦਾ। ਸੋ ਇਸ ਇਲੈਕਸ਼ਨ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ। ਪਤੀ ਪਤਨੀ ਵੀ ਇਲੈਕਸ਼ਨ ਲੜ ਰਹੇ ਸਨ, ਭਰਾ ਵੀ ਲੜ ਰਹੇ ਸਨ, ਪਿਓ ਪੁੱਤਰ ਵੀ ਲੜ ਰਹੇ ਸਨ। ਜਿਵੇਂ ਮੈਂ ਦੱਸਿਆ ਕਿ ਬਜ਼ੁਰਗ ਵੀ ਲੜ ਰਹੇ ਸਨ ਅਤੇ ਨਿਊ ਕਮਰ ਫਸਟ ਟਾਈਮਰ ਵੀ ਇਲੈਕਸ਼ਨ ਲੜ ਰਹੇ ਹਨ। ਹੁਣ ਫਸਟ ਟਾਈਮਰਾਂ ਵਿੱਚੋਂ ਉਹ ਵੀ ਹਨ ਜਿਹੜੇ 80 ਨੂੰ ਲੱਗੇ ਹੋਏ ਨੇ। ਜਿਹੜੇ ਸੰਯੁਕਤ ਸਮਾਜ ਮੋਰਚਾ ਦੇ ਬਲਬੀਰ ਸਿੰਘ ਰਾਜੇਵਾਲ ਨੇ, ਜਿਹੜੇ BKU ਰਾਜੇਵਾਲ ਦੇ ਪ੍ਰਧਾਨ ਵੀ ਨੇ, ਉਹ 80 ਨੂੰ ਲੱਗੇ ਹੋਏ ਨੇ। ਉਹ ਪਹਿਲੀ ਵਾਰੀ ਚੋਣ ਲੜ ਰਹੇ ਨੇ ਸਮਰਾਲੇ ਤੋਂ। ਸੋ ਫਸਟ ਕਮਰ, ਇਹ ਨਹੀਂ ਮਤਲਬ ਕਿ ਫਸਟ ਕਮਰ ਜ਼ਰੂਰ 35, 40, 25, 30 ਸਾਲ ਦਾ ਹੀ ਹੋਏਗਾ, 80 ਸਾਲ ਦਾ ਵੀ ਫਸਟ ਕਮਰ ਹੋ ਸਕਦਾ। ਸੋ ਇਹ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੈ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ, ਜਿਹੜੇ ਕਿ ਮੁੱਖ ਮੰਤਰੀ ਦੇ ਪਦ ਦੇ ਵੀ ਦਾਅਵੇਦਾਰ ਨੇ। ਸੋ ਇਹਨਾਂ ਦਾ ਭਵਿੱਖ ਵੀ 10 ਮਾਰਚ ਨੂੰ ਤੈਅ ਹੋਵੇਗਾ। ਪਿਓ ਪੁੱਤਰਾਂ ਦੀ ਜੋੜੀਆਂ ਦੀ ਗੱਲ ਕਰੋ, ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਤਾਂ ਲੜ ਹੀ ਰਹੇ ਨੇ, ਪੁੱਤਰ ਸੁਖਬੀਰ ਬਾਦਲ ਵੀ ਲੜ ਰਿਹਾ। ਸੁਖਬੀਰ ਬਾਦਲ ਮੁੱਖ ਮੰਤਰੀ ਦਾ ਦਾਅਵੇਦਾਰ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਔਰ ਜਥੇਦਾਰ ਤੋਤਾ ਸਿੰਘ ਵੀ ਲੜ ਰਹੇ ਨੇ ਅਤੇ ਉਹਨਾਂ ਦਾ ਸਪੁੱਤਰ ਬਰਜਿੰਦਰ ਸਿੰਘ ਬਰਾੜ ਵੀ ਲੜ ਰਿਹਾ। ਪ੍ਰੇਮ ਸਿੰਘ ਚੰਦੂਮਾਜਰਾ ਵੀ ਲੜ ਰਿਹਾ ਅਤੇ ਉਹਨਾਂ ਦਾ ਪੁੱਤਰ ਹਰਿੰਦਰਪਾਲ ਸਿੰਘ ਵੀ ਲੜ ਰਿਹਾ।
ਰਾਣਾ ਗੁਰਜੀਤ ਸਿੰਘ ਲੜ ਰਿਹਾ ਤੇ ਉਹਨਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਲੜ ਰਿਹਾ। ਹਾਂ, ਇਹ ਅਲੱਗ ਗੱਲ ਹੈ ਕਿ ਰਾਣਾ ਗੁਰਜੀਤ ਸਿੰਘ ਕਾਂਗਰਸ ਵੱਲੋਂ ਲੜ ਰਿਹਾ, ਪਰ ਕਿਉਂਕਿ ਉਹਨਾਂ ਦੇ ਭੁਜੰਗੀ ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲੀ, ਉਹ ਇੱਕ ਆਜ਼ਾਦ ਉਮੀਦਵਾਰੋਂ ਲੜ ਰਿਹਾ ਰਾਣਾ ਇੰਦਰ ਪ੍ਰਤਾਪ, ਔਰ ਉੱਥੋਂ ਲੜ ਰਿਹਾ ਜਿੱਥੇ ਕਿ ਨਵਤੇਜ ਸਿੰਘ ਚੀਮਾ ਕਾਂਗਰਸ ਦੇ ਉਮੀਦਵਾਰ ਨੇ, ਤੇ ਸੱਜਣ ਸਿੰਘ ਚੀਮਾ ਇੱਕ ਓਲੰਪੀਅਨ ਨੇ, ਬਾਸਕਟਬਾਲ ਦੇ ਖਿਡਾਰੀ ਰਹੇ ਨੇ, ਪੁਲਿਸ ਵਿੱਚ ਰਹੇ ਨੇ, ਔਰ ਅਰਜਨਾ ਵਾਡੀ ਨੇ, ਉਹ ਆਪ ਵੱਲੋਂ ਉੱਥੋਂ ਲੜ ਰਹੇ ਨੇ। ਸੋ ਬੜੇ ਇੰਟਰਸਟਿੰਗ ਨੇ, ਜਿੱਥੇ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਹਰਸਿਮਰਤ ਬਾਦਲ, ਜੋ ਸੁਖਬੀਰ ਬਾਦਲ ਦੀ ਪਤਨੀ ਹੈ, ਉਹਨਾਂ ਦੇ ਵੱਡੇ ਛੋਟੇ ਭਰਾ ਨੇ, ਉਹ ਲੜ ਰਹੇ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਅੰਮ੍ਰਿਤਸਰ ਈਸਟ ਤੋਂ, ਤੇ ਉਹਨਾਂ ਦੀ ਆਪਣੀ ਪਤਨੀ ਗੁਰਨੀਵ ਕੌਰ ਉਹਨਾਂ ਦੇ ਪੁਰਾਣੇ ਹਲਕੇ ਮਜੀਠੀਆ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਲੜ ਰਹੀ ਹੈ। ਸੋ ਪਤੀ ਪਤਨੀ ਦਾ ਇਹ ਸ਼ਾਇਦ ਇੱਕੋ ਹੀ ਉਦਾਹਰਣ ਹੈ ਇਸ ਵਾਰ ਇਸ ਚੋਣਾਂ ਵਿੱਚ ਕਿ ਦੋਨੇ ਲੜ ਰਹੇ ਨੇ, ਭਰਾ ਭਰਾ ਲੜ ਰਹੇ ਨੇ। ਪ੍ਰਤਾਪ ਬਾਜਵਾ ਕਾਂਗਰਸ ਵੱਲੋਂ ਕਾਦੀਆਂ ਤੋਂ ਲੜ ਰਹੇ ਨੇ, ਤੇ ਛੋਟਾ ਭਰਾ ਫਤਿਹ ਜੰਗ ਬਾਜਵਾ ਉਹ ਬੀਜੇਪੀ ਵਿੱਚ ਚਲੇ ਗਿਆ ਔਰ ਬਟਾਲਾ ਤੋਂ ਲੜ ਰਿਹਾ, ਇੱਕ ਕਾਂਗਰਸੀ MLA ਜਿਹੜੇ ਰਹਿ ਚੁੱਕੇ ਨੇ ਅਸ਼ਵਨੀ ਸ਼ੇਖਰੀ ਦੇ ਖਿਲਾਫ। ਸੋ ਇਸ ਤਰ੍ਹਾਂ ਭਰਾ ਭਰਾ ਵੀ ਲੜ ਰਹੇ ਨੇ, ਪਤੀ ਪਤਨੀ ਵੀ ਲੜ ਰਹੇ ਨੇ, ਔਰ ਪਿਓ ਪੁੱਤਰ ਵੀ ਲੜ ਰਹੇ ਨੇ, ਔਰ ਈਵਨ ਇੱਕ ਪਰਿਵਾਰ ਵਿੱਚੋਂ ਪਿਓ ਪੁੱਤਰ ਤੇ ਜਵਾਈ। ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ, ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ, ਤੇ ਉਹਨਾਂ ਦਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਜਵਾਈ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹ ਵੀ ਚੋਣ ਲੜ ਰਿਹਾ ਅਕਾਲੀ ਦਲ ਦੀ ਟਿਕਟ ਤੋਂ। ਸੋ ਇਸ ਤਰ੍ਹਾਂ ਕਈ ਪਰਿਵਾਰਾਂ ਦੇ ਕਈ ਜੀ ਇਹਨਾਂ ਚੋਣਾਂ ਵਿੱਚ ਸਟਰੋਂਗ ਉਮੀਦਵਾਰਾਂ ਵਿੱਚੋਂ ਬੜੇ ਇੱਕ ਲੰਬੇ ਅਰਸੇ ਤੋਂ ਸਿਆਸਤ 'ਚ ਰਹਿਣ ਤੋਂ ਬਾਅਦ ਫਿਰ ਆਪਣੀ ਕਿਸਮਤ ਅਜਮਾ ਰਹੇ ਨੇ। ਪਿਓ ਪੁੱਤਰਾਂ ਦੀ ਜੋੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜਾ ਹਮੇਸ਼ਾ ਹੀ ਖਬਰਾਂ 'ਚ ਰਹਿੰਦਾ, ਸਿਮਰਨਜੀਤ ਸਿੰਘ ਮਾਨ ਦਾ ਨਾਮ ਕੌਣ ਨਹੀਂ ਜਾਣਦਾ। 2 ਵਾਰੀ MP ਬਣੇ, ਤਰਨ ਤਾਰਨ ਤੋਂ ਵੀ ਬਣੇ, ਸੰਗਰੂਰ ਤੋਂ ਵੀ ਬਣੇ, ਔਰ ਹੁਣ ਉਹ ਪੰਜਾਬ ਵਿਧਾਨ ਸਭਾ ਵਿੱਚ ਉਹਦੀ ਮੈਂਬਰੀ ਲਈ ਵੀ ਲੜਾਈ ਲੜ ਰਹੇ ਨੇ ਅਮਰਗੜ੍ਹ ਤੋਂ, ਤੇ ਉਹਨਾਂ ਦਾ ਭੁਜੰਗੀ ਸਿੰਘ ਇਮਾਨ ਸਿੰਘ ਮਾਨ ਉਹ ਫਤਿਹਗੜ੍ਹ ਸਾਹਿਬ ਤੋਂ ਲੜ ਰਿਹਾ। ਸੋ ਇਹ ਵੀ ਪਿਓ ਪੁੱਤਰ ਦੀ ਜੋੜੀ ਚੋਣਾਂ ਦੇ ਮੈਦਾਨ ਵਿੱਚ ਹੈ, ਤੇ ਇਹਨਾਂ ਦਾ ਫੈਸਲਾ ਵੀ 10 ਮਾਰਚ ਨੂੰ ਹੋਣਾ ਹੈ। ਬੜੇ ਇੰਟਰਸਟਿੰਗ ਗੱਲਾਂ ਨੇ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ, ਜਿਹੜਾ ਇੱਕ ਲੰਬਾ ਅਰਸਾ ਕਾਂਗਰਸ ਦੇ ਵੱਲੋਂ ਬੜੇ ਉੱਘੇ ਸਪੋਕਸਮੈਨ ਰਹੇ, MP ਵੀ ਰਹੇ, ਉਹ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜ ਰਹੇ ਨੇ। ਸੋ ਕਈ ਤਰ੍ਹਾਂ ਦੇ ਨਵੇਂ ਕੰਬੀਨੇਸ਼ਨ, ਕਈ ਬਿਊਰੋਕਰੈਟਸ ਜਿਹੜੇ ਕਿ ਜਿਵੇਂ ਕਿ ਸੁੱਚਾ ਰਾਮ ਲੱਦੜ, ਉਹ BJP ਦੀ ਟਿਕਟ ਤੋਂ ਗਿੱਲ ਤੋਂ ਲੜ ਰਹੇ ਨੇ। ਪੁਰਾਣੇ ਮਿਸਟਰ ਕੰਵਰ ਵਿਜੇ ਪ੍ਰਤਾਪ, ਜਿਨ੍ਹਾਂ ਨੇ IPS IG ਹੋਣ ਦੇ ਨਾਤੇ ਅਸਤੀਫਾ ਦੇ ਕੇ ਸਿਆਸਤ ਜੁਆਇਨ ਕੀਤੀ, ਉਹ ਆਪ ਦੀ ਟਿਕਟ 'ਤੇ ਅੰਮ੍ਰਿਤਸਰ ਨਾਰਥ ਤੋਂ ਚੋਣ ਲੜ ਰਹੇ ਨੇ, ਤੇ ਉਹਨਾਂ ਦਾ ਵੀ ਫੈਸਲਾ ਹੋਣ ਵਾਲਾ ਹੈ 10 ਮਾਰਚ ਨੂੰ। ਉਹਨਾਂ ਦੇ ਨਾਲ ਇਕਬਾਲ ਸਿੰਘ ਲਾਲਪੁਰਾ, ਉਹ ਵੀ IG ਸਨ, ਰਿਟਾਇਰ ਹੋਏ, BJP ਜੁਆਇਨ ਕਰ ਰਿਹਾ, ਨੈਸ਼ਨਲ ਮਾਈਨੋਰਟੀ ਕਮਿਸ਼ਨ ਦੇ ਨੇ, ਤੇ ਉਹ ਹੁਣ ਰੂਪਨਗਰ ਤੋਂ BJP ਦੀ ਟਿਕਟ 'ਤੇ ਲੜ ਰਹੇ ਨੇ। ਸੋ ਬਹੁਤ ਸਾਰੇ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ, ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਕਿ ਡਿਫਰੈਂਟ ਵਾਕਸ ਆਫ ਲਾਈਫ ਤੋਂ ਆਏ ਨੇ। ਪਹਿਲਾਂ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਜਿਹੜੇ ਆਪਣਾ ਪਹਿਲਾ ਪ੍ਰੋਫੈਸ਼ਨ ਸੀ ਜਾਂ ਐਵੋਕੇਸ਼ਨ ਸੀ, ਉਹਦੇ ਪੂਰੀ ਕਰਕੇ ਸੈਕੰਡ ਇਨਿੰਗ ਸਿਆਸਤ ਵਿੱਚ ਸ਼ੁਰੂ ਕੀਤੀ ਹੈ। ਤੇ ਪੰਜਾਬ ਵਿੱਚ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਕਿ ਕਿਹੜੀ ਪਾਰਟੀ ਪਾਵਰ ਵਿੱਚ ਆਵੇਗੀ, ਕੀ ਪੰਜਾਬ ਵਿੱਚ ਬਦਲਾਅ ਆਏਗਾ, ਕੀ ਪੰਜਾਬ ਵਿੱਚ ਕਿਸੇ ਨਵੇਂ ਗਰੁੱਪ ਨੂੰ, ਨਵੀਂ ਪੋਲੀਟੀਕਲ ਪਾਰਟੀ ਨੂੰ ਲੋਕ ਮੌਕਾ ਦੇਣਗੇ। ਦੇਖੋ, ਤੁਹਾਡੇ ਸਵਾਲ ਤੇ ਮੇਰੇ ਸਵਾਲ ਇੱਕੋ ਜਿਹੇ ਨੇ, ਜਵਾਬ ਨਾ ਤੁਹਾਡੇ ਕੋਲ ਹੈ ਨਾ ਮੇਰੇ ਕੋਲ ਹੈ। ਜਵਾਬ ਤਾਂ ਸਾਰਿਆਂ ਨੂੰ 10 ਮਾਰਚ ਨੂੰ ਜਦੋਂ ਇਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਖੋਲ੍ਹਣਾ ਹੈ ਤੇ ਪਤਾ ਲੱਗ ਜਾਣਾ ਹੈ। ਕੁਝ ਘੰਟੇ ਲੱਗਣੇ ਨੇ, ਉਸ ਤੋਂ ਬਾਅਦ ਤਾਂ ਟ੍ਰੈਂਡ ਸ਼ੁਰੂ ਹੋ ਜਾਂਦੇ ਨੇ, ਤੇ ਕੁਛ ਲੋਕ ਨੱਚਣ ਟੱਪਣ ਲੱਗ ਜਾਣਗੇ, ਤੇ ਕੁਛ ਚਿਹਰਾ ਲੁਕਾ ਕੇ ਘਰਾਂ ਨੂੰ ਜਾਣ ਦੀ ਕੋਸ਼ਿਸ਼ ਕਰਨਗੇ। ਸੋ ਫੈਸਲਾ ਤਾਂ 10 ਮਾਰਚ ਨੂੰ ਹੋ ਹੀ ਜਾਣਾ। ਔਰ ਕੌਣ ਨਵੀਂ ਸਰਕਾਰ ਬਣਾਏਗਾ, ਕੌਣ ਮੰਤਰੀ ਹੋਣਗੇ, ਇਹ ਤਾਂ ਉਸ ਤੋਂ ਬਾਅਦ ਹੀ ਪਤਾ ਚੱਲੇਗਾ। ਹਾਂ, ਇਲੈਕਸ਼ਨਾਂ ਇਸ ਵਾਰ ਬੇਸ਼ੱਕ ਬਹੁਤ ਸ਼ੋਰ ਸ਼ਰਾਬਾ ਰਿਹਾ, ਬਹੁਤ ਕੁਛ ਹੋਇਆ, ਲੇਕਿਨ ਚੋਣਾਂ ਵਾਲੇ ਦਿਨ ਤਕਰੀਬਨ ਹਾਂ ਮਾੜੀ ਮੋਟੀ ਕਿਤੇ ਧੱਕਾ ਮੁੱਕੀ ਹੋਏਗੀ, ਲੇਕਿਨ ਕੋਈ ਸੀਰੀਅਸ ਗੱਲ ਨਹੀਂ ਹੋਈ ਕਿਤੇ ਵੀ। ਜਿਵੇਂ ਆਪਾਂ ਕਹਿੰਦੇ ਆ ਨਾ ਕਿ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਇਹ ਨਕਲ ਵੱਜਦੀ ਹੈ ਤਾਂ ਦੁਬਾਰਾ ਇਮਤਿਹਾਨ ਹੋ ਜਾਂਦੇ ਨੇ, ਇਸ ਤਰ੍ਹਾਂ ਇਸ ਵਾਰ
ਕਿਸੇ ਥਾਂ ਦੁਬਾਰਾ ਵੋਟਾਂ ਨਹੀਂ ਪਈਆਂ। ਵੋਟਾਂ ਇੱਕੋ ਵਾਰ 20 ਫਰਵਰੀ ਨੂੰ ਪੈ ਗਈਆਂ ਸਨ ਅਤੇ ਜੋ ਰਿਪੋਰਟਾਂ ਵੀ ਆਈਆਂ ਉਸ ਤੋਂ ਇਲੈਕਸ਼ਨ ਕਮਿਸ਼ਨ ਨੇ ਸਾਰੇ ਫੈਸਲੇ ਕਰਕੇ ਕਿਹਾ ਕਿ ਸਭ ਚੋਣ ਜਿਹੜਾ ਪ੍ਰੋਸੈਸ ਸੀ ਉਹ ਠੀਕ ਠਾਕ ਨਿਬੜ ਗਿਆ। 20 ਤਰੀਕ ਦੀਆਂ ਜਦੋਂ ਵੋਟਾਂ ਪੈ ਗਈਆਂ, ਸਾਰੀਆਂ ਲੋਕਾਂ ਦੀਆਂ ਤਕਦੀਰਾਂ, ਜਿਹੜੇ 1304 ਉਮੀਦਵਾਰ ਹੈ ਉਹਨਾਂ ਦੀਆਂ ਤਕਦੀਰਾਂ ਇਹਨਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈਆਂ। ਇਹਨਾਂ ਨੂੰ ਸੀਲ ਕਰ ਦਿੱਤਾ ਗਿਆ। ਸੀਲ ਕਰਕੇ ਇਹਨਾਂ ਨੂੰ ਬਹੁਤ ਸੁਰੱਖਿਅਤ ਥਾਵਾਂ 'ਤੇ ਰੱਖ ਦਿੱਤਾ ਗਿਆ, ਜਿੱਥੇ ਬਾਹਰ ਪੁਲਿਸ ਦਾ ਪਹਿਰਾ, ਮਿਲਟਰੀ ਫੋਰਸਿਸ ਦਾ ਪਹਿਰਾ। ਔਰ ਇਸ ਦੇ ਬਾਵਜੂਦ ਕਿ ਉੱਥੇ ਬੜੀ ਸਖਤ ਸਿਕਿਉਰਿਟੀ ਅਰੇਂਜਮੈਂਟਸ ਨੇ, ਸੁਰੱਖਿਆ ਦੇ ਪ੍ਰਬੰਧ ਬੜੇ ਮਜ਼ਬੂਤ ਨੇ, ਪਰ ਫਿਰ ਵੀ ਕੁਝ ਪਾਰਟੀਆਂ ਨੇ ਤੇ ਕੁਝ ਉਮੀਦਵਾਰ ਉਹਨਾਂ ਨੇ ਵੀ ਆਪਣੀ ਨਿਗਰਾਨੀ ਵੀ ਉੱਥੇ ਉਹਨਾਂ ਸੈਂਟਰਾਂ 'ਤੇ ਰੱਖੀ ਹੈ। ਉਹਨਾਂ ਨੂੰ ਸ਼ਾਇਦ ਫਿਕਰ ਹੈ, ਡਰ ਹੈ ਕਿ ਸ਼ਾਇਦ ਇਹ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੇ ਇਹਨਾਂ ਦੀ ਹੈਕਿੰਗ ਤਾਂ ਨਹੀਂ ਹੋ ਸਕਦੀ, ਕਿ ਇਹਨਾਂ ਨੂੰ ਮੋਨੀਟਰ ਤਾਂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਦੇ ਕਹਿਣ ਦਾ ਸ਼ਾਇਦ ਇਹ ਮਤਲਬ ਹੀ ਹੋ ਸਕਦਾ ਹੈ ਕਿ ਜਿਵੇਂ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਹੈ, ਕੰਪਿਊਟਰ ਹੈਕ ਹੋ ਜਾਂਦੇ ਨੇ, ਤੁਹਾਡੇ ਇੰਟਰਨੈਟ ਅਕਾਊਂਟ ਹੈਕ ਹੋ ਜਾਂਦੇ ਨੇ, ਤੁਹਾਡੀ ਈਮੇਲ ਹੈਕ ਹੋ ਜਾਂਦੀ ਹੈ, ਤੁਹਾਡਾ ਫੇਸਬੁੱਕ ਅਕਾਊਂਟ ਹੈਕ ਹੋ ਜਾਂਦਾ, ਤਾਂ ਕੀ, ਕਿਉਂਕਿ ਇਹ ਵੀ ਤਾਂ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਕਿਉਂ ਨਹੀਂ ਹੈਕ ਹੋ ਸਕਦੀ? ਬੇਸ਼ੱਕ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਕਿ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਟਾਈਮ ਟੈਸਟਡ ਨੇ, ਇਹ ਹੈਕ ਨਹੀਂ ਹੋ ਸਕਦੀਆਂ, ਲੇਕਿਨ ਫਿਰ ਵੀ ਉਮੀਦਵਾਰਾਂ ਨੂੰ ਤੇ ਪਾਰਟੀਆਂ ਨੂੰ ਸ਼ਾਇਦ ਤਸੱਲੀ ਮਿਲਦੀ ਹੋਵੇਗੀ ਕਿ ਅਸੀਂ ਵੀ ਉਹਨਾਂ ਕੇਂਦਰਾਂ ਦਾ, ਸੁਰੱਖਿਆ ਕੇਂਦਰਾਂ ਦਾ, ਜਿੱਥੇ ਬੈਲਟ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਨੇ, ਉੱਥੇ ਆਪਣੀ ਹਾਜ਼ਰੀ ਰੱਖੀ ਆ ਅਤੇ ਸਾਡੇ ਹਾਜ਼ਰੀ ਵਿੱਚ ਉੱਥੇ ਕੋਈ ਹੇਰਾ ਫੇਰੀ ਨਹੀਂ ਹੋ ਸਕੇਗੀ। ਸੋ ਤਸੱਲੀ ਹੈ, ਮਨ ਦੀ ਤਸੱਲੀ ਹੋਣੀ ਬੜੀ ਜ਼ਰੂਰੀ ਹੁੰਦੀ ਹੈ। ਬਾਕੀ ਤਾਂ ਕਿਉਂਕਿ ਬਹੁਤ ਲੰਬੇ ਅਰਸੇ ਤੋਂ EVM ਯੂਜ਼ ਹੋ ਰਹੀਆਂ ਨੇ ਭਾਰਤ ਵਿੱਚ, ਹਾਲੇ ਤੱਕ ਤਾਂ ਇਸ ਤਰ੍ਹਾਂ ਦਾ ਹਰ ਵਾਰੀ ਇਲੈਕਸ਼ਨ ਤੋਂ ਪਹਿਲਾਂ ਜ਼ਰੂਰ ਇਹ ਗੱਲ ਉੱਠਦੀ ਹੈ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਮੈਨੀਪੂਲੇਟ ਹੋ ਸਕਦੀਆਂ ਨੇ ਜਾਂ ਹੈਕ ਹੋ ਸਕਦੀਆਂ ਨੇ, ਲੇਕਿਨ ਫਿਰ ਵੀ ਵੋਟਰਾਂ ਦਾ, ਉਮੀਦਵਾਰਾਂ ਦਾ ਅਤੇ ਪੋਲੀਟੀਕਲ ਪਾਰਟੀਆਂ ਦਾ ਇਹਦੇ ਵਿੱਚ ਵਿਸ਼ਵਾਸ ਬਣਿਆ ਹੋਇਆ। ਸੋ ਦੇਖੋ, ਇਹ ਵਿਸ਼ਵਾਸ ਐਤਕੀ ਵੀ ਬਣਿਆ ਰਿਹਾ ਅਤੇ ਬਣਿਆ ਰਹੇਗਾ, ਅਤੇ ਨਤੀਜਿਆਂ 'ਤੇ ਬੇਸ਼ੱਕ ਕੁਝ ਲੋਕ ਤਾਂ ਜ਼ਰੂਰ ਕਿੰਤੂ ਪਰੰਤੂ ਕਰਨਗੇ ਕਿ ਯਾਰ ਵੋਟਾਂ ਤਾਂ ਮੈਨੂੰ ਬਹੁਤ ਪਈਆਂ ਸੀ ਪਰ ਮੇਰੀਆਂ ਨਿਕਲੀਆਂ ਨਹੀਂ ਮਸ਼ੀਨਾਂ ਵਿੱਚੋਂ, ਪਤਾ ਨਹੀਂ ਮਸ਼ੀਨ ਖਾ ਗਈ ਅਤੇ ਜਾਂ ਕਿਸੇ ਨੇ ਟਰਾਂਸਫਰ ਕਰ ਦਿੱਤੀਆਂ। ਦੇਖੋ, ਇਸ ਤਰ੍ਹਾਂ ਦੇ ਵਹਿਮ ਭਰਮ ਦਾ ਤਾਂ ਕੋਈ ਇਲਾਜ ਨਹੀਂ। ਲੋਕ ਪਟੀਸ਼ਨ ਵੀ ਫਾਈਲ ਕਰਦੇ ਨੇ, ਬਹੁਤ ਕੁਝ ਹੁੰਦਾ, ਲੇਕਿਨ ਮੈਜੋਰਟੀ ਜਿਹੜੀ ਹੁੰਦੀ ਹੈ 96% 98% ਲੋਕ ਇਹ ਫੈਸਲੇ ਪ੍ਰਵਾਨ ਕਰ ਲੈਂਦੇ ਨੇ, ਔਰ ਪ੍ਰਵਾਨ ਕਰਨ ਤੋਂ ਬਾਅਦ ਨਵੀਂ ਸਰਕਾਰ ਬਣਨ ਦੀ ਉਮੀਦ ਰੱਖਦੇ ਨੇ। ਨਵੀਂ ਸਰਕਾਰ ਬਣੇਗੀ ਅਤੇ ਉਹਨਾਂ ਦੀਆਂ ਉਮੀਦਾਂ, ਉਹਨਾਂ ਦੇ ਭਰੋਸੇ, ਉਹਨਾਂ ਨਾਲ ਕੀਤੇ ਗਏ ਵਾਅਦੇ, ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਨਵੀਂ ਸਰਕਾਰ ਆ ਕੇ ਉਹਨਾਂ ਵਾਅਦਿਆਂ 'ਤੇ, ਉਹਨਾਂ ਭਰੋਸਿਆਂ 'ਤੇ ਜੋ ਉਹਨਾਂ ਨੂੰ ਕਿਹਾ ਗਿਆ ਉਹ 'ਤੇ ਕੰਮ ਕਰੇਗੀ ਅਤੇ ਇੱਕ ਚੰਗੀ ਸਾਫ਼ ਸੁਥਰੀ ਸਰਕਾਰ ਦੇਗੀ ਜਿਹੜੀ ਲੋਕਾਂ ਦੇ ਤਕਲੀਫਾਂ, ਦੁੱਖਾਂ ਅਤੇ ਹੋਰ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕਰੇਗੀ। ਸੋ 10 ਮਾਰਚ ਦਾ ਸਭ ਨੂੰ ਇੰਤਜ਼ਾਰ ਹੈ। ਆਪਾਂ ਨੂੰ ਵੀ ਉਮੀਦ ਕਰਨੀ ਚਾਹੀਦੀ ਹੈ ਕਿ ਨਤੀਜੇ ਉਹ ਉਮੀਦਵਾਰਾਂ ਦੇ ਹੱਕ 'ਚ ਆਉਣਗੇ ਜਿਹੜੇ ਵਾਕਈ ਹੀ ਲੋਕਾਂ ਦੀ ਮਨਪਸੰਦ ਦੇ ਹੋਣਗੇ ਅਤੇ ਜਿਹੜੇ ਲੋਕਾਂ ਨਾਲ ਜਿਨ੍ਹਾਂ ਨੇ ਕੀਤੇ ਵਾਅਦੇ ਉਹ ਪੂਰੇ ਕਰਨਗੇ। ਇਸ ਉਮੀਦ ਨਾਲ ਕਿ ਰਿਜ਼ਲਟ ਆਉਣ ਤੱਕ ਕਿਆਸ ਰਹੀਆਂ ਬੇਸ਼ੱਕ ਚਲਦੀਆਂ ਰਹਿਣਗੀਆਂ। ਉਮੀਦਵਾਰ ਬੇਸ਼ੱਕ ਗੁਰਦੁਆਰੇ, ਮੰਦਰਾਂ, ਮਸਜਿਦਾਂ ਅਤੇ ਚਰਚਾਂ ਵਿੱਚ ਜਾ ਕੇ ਦੁਆਵਾਂ ਕਰਦੇ ਹੋਣਗੇ, ਪਰ ਨਤੀਜੇ ਤਾਂ ਉਹੀ ਹੋਣੇ ਨੇ ਜਿਹੜੇ ਵੋਟਰਾਂ ਨੇ 20 ਫਰਵਰੀ ਨੂੰ ਇਹਨਾਂ ਮਸ਼ੀਨਾਂ ਵਿੱਚ ਬੰਦ ਕਰ ਦਿੱਤੇ ਨੇ। ਚਲੋ ਫਿਰ ਮਿਲਾਂਗੇ 10 ਮਾਰਚ ਨੂੰ, ਤਦ ਤੱਕ ਇਜਾਜ਼ਤ ਦਿਓ, ਰੱਬ ਰਾਖਾ।